हाँ जी स्टूडेंट्स ਆਪਾਂ ਜਿਹੜਾ ਹੁਣੇ 7th ਟੌਪਿਕ ਕੀਤਾ ਆਈ ਹੋਪ ਕਿ ਤੁਹਾਨੂੰ ਉਹ ਸਮਝ ਆ ਗਿਆ ਹੋਊਗਾ। ਹੁਣ ਆਪਾਂ ਟੌਪਿਕ ਨੰਬਰ 8 ਜਿਹੜਾ ਕਿ ਪ੍ਰਬੰਧ ਦੀਆਂ ਸ਼ਾਖਾਵਾਂ ਉਹ ਅਸੀਂ ਪੜ੍ਹਨਾ ਹੈ। ਪ੍ਰਬੰਧ ਦੀਆਂ ਪਹਿਲੇ ਤਾਂ ਸ਼ਾਖਾਵਾਂ ਹੁੰਦੀਆਂ ਕੀ ਆ। ਸ਼ਾਖਾਵਾਂ ਜਿਵੇਂ ਅਸੀਂ ਕਹਿ ਦਿੱਤਾ ਕਿ ਪੇੜ ਦੀਆਂ ਟਾਹਣੀਆਂ ਹੁੰਦੀਆਂ ਹੈ, ਇਸੇ ਤਰ੍ਹਾਂ ਹੀ ਪ੍ਰਬੰਧ ਦੀਆਂ ਸ਼ਾਖਾਵਾਂ ਤੋਂ ਭਾਵ ਆ ਕਿ ਪ੍ਰਬੰਧ ਦੀਆਂ ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਕਿ ਇੱਕ ਚੰਗਾ ਪ੍ਰਬੰਧ ਚਲਾਉਣ ਵਾਸਤੇ ਇੱਕ ਮੈਨੇਜਰ ਦੀ ਮਦਦ ਕਰਦੀਆਂ ਆ, ਉਹਨਾਂ ਨੂੰ ਅਸੀਂ ਪ੍ਰਬੰਧ ਦੀਆਂ ਸ਼ਾਖਾਵਾਂ ਆਖਦੇ ਹਾਂ। ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਜਿਹੜੀਆਂ ਕਿ ਲਾਰਜ ਸਕੇਲ ਦੀਆਂ ਕੰਪਨੀਆਂ ਹੁੰਦੀਆਂ ਹੈ, ਉਹਨਾਂ ਦੇ ਵਿੱਚ ਜਿਹੜਾ ਮੈਨੇਜਰ ਇਕੱਲਾ ਹੀ ਸਾਰੇ ਹੀ ਵਿਭਾਗਾਂ ਦੇ ਪ੍ਰਬੰਧ ਨੂੰ ਇਕੱਲਾ ਨਹੀਂ ਦੇਖ ਸਕਦਾ। ਇਸ ਲਈ ਹਰੇਕ ਕੰਪਨੀ ਦੇ ਵਿੱਚ ਉਹਨਾਂ ਵਿਭਾਗਾਂ ਦੇ ਕੰਮਾਂ ਦੇ ਆਧਾਰ ਦੇ ਉੱਤੇ ਵੱਖੋ ਵੱਖਰੇ ਜਿਹੜੇ ਮੈਨੇਜਰ ਆ ਉਹ ਨਿਯੁਕਤ ਕੀਤੇ ਹੁੰਦੇ ਆ, ਅਤੇ ਉਹਨਾਂ ਵਿਭਾਗਾਂ ਨੂੰ ਉਹਨਾਂ ਦੇ ਕੰਮਾਂ ਦੇ ਆਧਾਰ ਦੇ ਉੱਤੇ ਹੀ ਵਿਭਾਗਾਂ ਦੇ ਨਾਮ ਦਿੱਤੇ ਜਾਂਦੇ ਆ। ਅਤੇ ਉਹਨਾਂ ਵਿਭਾਗਾਂ ਦੇ ਨਾਮਾਂ ਦੇ ਅਨੁਸਾਰ ਜੋ ਉਹਨਾਂ ਦੇ ਵਿੱਚ ਮੈਨੇਜਮੈਂਟ ਦਾ ਕੰਮ ਹੁੰਦਾ ਆ, ਉਸ ਕੰਮ ਦੇ ਅਨੁਸਾਰ ਹੀ ਉਸ ਪ੍ਰਬੰਧ ਦੀਆਂ ਸ਼ਾਖਾਵਾਂ ਨੂੰ ਵੀ ਨਾਮ ਦਿੱਤੇ ਜਾਂਦੇ ਆ। ਉਦਾਹਰਨ ਦੇ ਤੌਰ ਉੱਤੇ ਕਿਸੇ ਕੰਪਨੀ ਦੇ ਵਿੱਚ ਜਿਹੜੀ ਕਿ ਬਹੁਤ ਲਾਰਜ ਸਕੇਲ ਦੀ ਕੰਪਨੀ, ਜਿਵੇਂ ਅਸੀਂ ਕਹਿ ਲਈਏ ਅਦਿੱਤਿਆ ਬਿਰਲਾ ਗਰੁੱਪ ਆਫ ਕੰਪਨੀਜ਼, ਉਹਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜਾ ਸੀਮੈਂਟ ਆਉਂਦਾ ਆ ਅਦਿੱਤਿਆ, ਸ਼ਾਇਦ ਕਿ ਉਸ ਸੀਮੈਂਟ ਦਾ ਨਾਮ ਆ ਅਦਿੱਤਿਆ ਬਿਰਲਾ ਸੀਮੈਂਟ, ਅਲਟਰਾਟੈਕ ਸੀਮੈਂਟ। ਅਲਟਰਾਟੈਕ ਸੀਮੈਂਟ ਉਹ ਅਦਿੱਤਿਆ ਬਿਰਲਾ ਕੰਪਨੀ ਦੀ ਮੈਨੂਫੈਕਚਰਿੰਗ ਆ। ਹੁਣ ਜਿਹੜਾ ਅਲਟਰਾਟੈਕ ਸੀਮੈਂਟ ਆ ਉਹਦਾ ਇੱਕ ਵੱਖਰਾ ਯੂਨਿਟ ਆ, ਭਾਵ ਕਿ ਅਦਿੱਤਿਆ ਬਿਰਲਾ ਗਰੁੱਪ ਦੇ ਹੋਰ ਬਹੁਤ ਸਾਰੇ ਪ੍ਰੋਡਕਟਸ ਉਹ ਕੰਪਨੀ ਬਣਾ ਰਹੀ ਆ, ਪਰ ਇੱਥੇ ਅਸੀਂ ਗੱਲ ਕਰਾਂਗੇ ਸਿਰਫ ਅਲਟਰਾਟੈਕ ਸੀਮੈਂਟ ਦੀ। ਅਲਟਰਾਟੈਕ ਸੀਮੈਂਟ ਦੇ ਵਿੱਚ ਹੁਣ ਇੱਕ ਵਿਭਾਗ ਉਹ ਹੋਵੇਗਾ ਜਿਹੜਾ ਕਿ ਸੀਮੈਂਟ ਨੂੰ ਬਣਾਉਣ ਵਾਸਤੇ ਜਿੰਨੇ ਵੀ ਕੱਚੇ ਮਾਲ ਦੀ ਰਿਕੁਆਇਰਮੈਂਟ ਆ ਉਸ ਕੱਚੇ ਮਾਲ ਨੂੰ ਖਰੀਦੇਗਾ ਅਤੇ ਉਸ ਨੂੰ ਸਟੋਰ ਕਰੇਗਾ। ਉਸ ਵਿਭਾਗ ਨੂੰ ਅਸੀਂ ਆਖਾਂਗੇ ਪਰਚੇਜ਼ ਡਿਪਾਰਟਮੈਂਟ, ਅਤੇ ਉਸ ਸ਼ਾਖਾ ਨੂੰ ਅਸੀਂ ਆਖਾਂਗੇ ਪਰਚੇਜ਼ ਮੈਨੇਜਮੈਂਟ, ਭਾਵ ਖਰੀਦ ਪ੍ਰਬੰਧ। ਹੁਣ ਉਹ ਵਿਭਾਗ ਜਿਹੜਾ ਕਿ ਉਸ ਪ੍ਰੋਡਕਟ ਨੂੰ ਬਣਾਉਣ ਦੇ ਲਈ ਕੱਚੇ ਮਾਲ ਦੀ ਵਰਤੋਂ ਕਰਕੇ ਉਸ ਪ੍ਰੋਡਕਟ ਨੂੰ ਮੈਨੂਫੈਕਚਰ ਕਰੇਗਾ, ਭਾਵ ਕਿ ਉਹਦਾ ਉਤਪਾਦਨ ਕਰੇਗਾ, ਉਸ ਵਿਭਾਗ ਨੂੰ ਅਸੀਂ ਆਖਾਂਗੇ ਮੈਨੂਫੈਕਚਰਿੰਗ ਵਿਭਾਗ, ਮੈਨੂਫੈਕਚਰਿੰਗ ਡਿਪਾਰਟਮੈਂਟ, ਅਤੇ ਉਸ ਸ਼ਾਖਾ ਨੂੰ ਅਸੀਂ ਆਖਾਂਗੇ ਮੈਨੂਫੈਕਚਰਿੰਗ ਮੈਨੇਜਮੈਂਟ। ਅਤੇ ਉਹ ਵਿਭਾਗ ਜਿਹੜਾ ਕਿ ਉਸ ਪ੍ਰੋਡਕਟ ਦੀ ਮਾਰਕੀਟਿੰਗ ਕਰੇਗਾ, ਮਾਰਕੀਟਿੰਗ ਭਾਵ ਕਿ ਲੋਕਾਂ ਨੂੰ ਉਸ ਪ੍ਰੋਡਕਟ ਤੋਂ ਅਵੇਅਰ ਕਰਾਵੇਗਾ, ਐਡ ਦੇ ਕੇ, ਐਡਵਰਟਾਈਜ਼ਮੈਂਟ ਦੇ ਕੇ, ਟੀ ਵੀ ਦੇ ਥਰੂ, ਰੇਡੀਓ ਦੇ ਥਰੂ, ਇੰਟਰਨੈੱਟ ਦੇ ਥਰੂ, ਅਤੇ ਉਸ ਪ੍ਰੋਡਕਟ ਦੇ ਮੰਗ, ਮੁਕਾਬਲਾ, ਪ੍ਰਾਈਸ ਨੂੰ ਤੈਅ ਕਰਨ ਵਾਸਤੇ ਵੱਖ ਵੱਖ ਕਦਮ ਉਠਾਵੇਗਾ। ਉਸ ਵਿਭਾਗ ਨੂੰ ਅਸੀਂ ਮਾਰਕੀਟਿੰਗ ਵਿਭਾਗ ਆਖਾਂਗੇ, ਅਤੇ ਪ੍ਰਬੰਧ ਦੀ ਉਸ ਸ਼ਾਖਾ ਨੂੰ ਅਸੀਂ ਮਾਰਕੀਟਿੰਗ ਮੈਨੇਜਮੈਂਟ ਆਖਾਂਗੇ। ਹੁਣ ਉਹ ਸ਼ਾਖਾ ਜਾਂ ਫਿਰ ਉਹ ਵਿਭਾਗ ਜਿਹੜਾ ਕਿ ਉਸ ਸੀਮੈਂਟ ਨੂੰ ਬਣਾਉਣ ਦੇ ਲਈ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ, ਸੇਲਸ ਯੂਨਿਟ ਦੇ ਵਿੱਚ, ਪਰਚੇਜ਼ ਯੂਨਿਟ ਦੇ ਵਿੱਚ, ਮਾਰਕੀਟਿੰਗ ਯੂਨਿਟ ਦੇ ਵਿੱਚ, ਫਾਈਨੈਂਸ ਯੂਨਿਟ ਦੇ ਵਿੱਚ ਜਿਹੜੇ ਕਰਮਚਾਰੀਆਂ ਦੀ ਨਿਯੁਕਤੀ ਕਰੇਗਾ, ਉਹਨਾਂ ਕਰਮਚਾਰੀਆਂ ਦੀ ਤਨਖਾਹ, ਉਹਨਾਂ ਕਰਮਚਾਰੀਆਂ ਨੂੰ ਭੱਤੇ, ਉਹਨਾਂ ਕਰਮਚਾਰੀਆਂ ਦੀ ਸੰਤੁਸ਼ਟੀ, ਉਹਨਾਂ ਨੂੰ ਰਿਵਾਰਡ, ਇਹਨਾਂ ਸਾਰਿਆਂ ਹੀ ਚੀਜ਼ਾਂ ਨੂੰ ਵੇਖੇਗਾ। ਉਸ ਵਿਭਾਗ ਨੂੰ ਅਸੀਂ ਮਨੁੱਖੀ ਸੰਸਾਧਨ ਵਿਭਾਗ ਆਖਾਂਗੇ, ਅਤੇ ਪ੍ਰਬੰਧ ਦੀ ਉਸ ਸ਼ਾਖਾ ਨੂੰ ਅਸੀਂ ਮਨੁੱਖੀ ਸੰਸਾਧਨ ਪ੍ਰਬੰਧ ਆਖਾਂਗੇ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਹਿਊਮਨ ਰੀਸੋਰਸ ਮੈਨੇਜਮੈਂਟ ਆਖਦੇ ਹਾਂ। ਅਤੇ ਉਹ ਵਿਭਾਗ ਜਿਹੜਾ ਕਿ ਉਸ ਸੀਮੈਂਟ ਨੂੰ ਬਣਾਉਣ ਦੇ ਲਈ ਕਿਹੜੀ ਕਿਹੜੀ ਟੈਕਨੋਲੋਜੀ ਦੀ ਲੋੜ ਆ, ਮਸ਼ੀਨਾਂ ਦੀ, ਸੰਦਾਂ ਦੀ, ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਾਂ ਕਿੱਥੋਂ ਪਰਚੇਜ਼ ਕਰਨੀਆਂ ਆ, ਉਹਨਾਂ ਸਾਰਿਆਂ ਨੂੰ ਡੀਲ ਕਰੇਗਾ। ਉਸ ਵਿਭਾਗ ਨੂੰ ਅਸੀਂ ਤਕਨੀਕੀ ਵਿਭਾਗ ਆਖਾਂਗੇ, ਸੂਚਨਾ ਤਕਨੋਲੋਜੀ ਵਿਭਾਗ ਇੰਗਲਿਸ਼ ਦੇ ਵਿੱਚ, ਜਿਸ ਨੂੰ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਮੈਨੇਜਮੈਂਟ ਆਖਦੇ ਹਾਂ। ਉਹ ਵਿਭਾਗ ਜਿਹੜਾ ਕਿ
जोखिम ਦੇ ਪ੍ਰਬੰਧ ਨੂੰ ਵੇਖੇਗਾ ਕਿ ਕਿਸੇ ਸਮੇਂ ਅਗਰ ਰॉ ਮਟੀਰੀਅਲ ਦੀ ਕਮੀ, ਕੱਚੇ ਮਾਲ ਦੀ ਕਮੀ ਆ ਗਈ ਅਤੇ ਉਸ ਹਾਲਾਤਾਂ ਨੂੰ ਕਿਵੇਂ ਨਜਿੱਠਣਾ ਆ। ਅਗਰ ਕੋਈ ਕੁਦਰਤੀ ਆਫਦਾ ਆ ਗਈ, ਉਸ ਹਾਲਾਤ ਨੂੰ ਕਿਵੇਂ ਨਜਿੱਠਣਾ ਆ। ਜਾਂ ਕੰਪਨੀ ਦਾ ਕੋਈ ਪ੍ਰੋਡਕਟ ਫੇਲ ਹੋ ਗਿਆ, ਜਾਂ ਫਿਰ ਕੋਈ ਦੁਰਘਟਨਾ ਵਾਪਰ ਗਈ, ਜਾਂ ਫਿਰ ਕਾਨੂੰਨੀ ਕਾਰਨਾਂ ਕਰਕੇ ਕੰਪਨੀ ਨੂੰ ਲੋਸ ਹੋ ਗਿਆ। ਉਹਨਾਂ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਕੰਪਨੀ ਨੂੰ ਅੱਗੇ ਲੈ ਕੇ ਜਾਣਾ ਆ, ਉਸ ਵਿਭਾਗ ਨੂੰ ਅਸੀਂ ਜੋਖਿਮ ਪ੍ਰਬੰਧ ਵਿਭਾਗ ਆਖਾਂਗੇ। ਅਤੇ ਪ੍ਰਬੰਧ ਦੀ ਉਸ ਸ਼ਾਖਾ ਨੂੰ ਅਸੀਂ ਜੋਖਿਮ ਪ੍ਰਬੰਧ ਮੈਨੇਜਮੈਂਟ ਆਖਾਂਗੇ। ਹੁਣ ਮੈਂ ਤੁਹਾਨੂੰ ਇਹਨਾਂ ਸਾਰੀਆਂ ਹੀ ਮੈਨੇਜਮੈਂਟ ਦੀਆਂ ਸ਼ਾਖਾਵਾਂ ਦੇ ਬਾਰੇ ਥੋੜ੍ਹਾ ਦੱਸ ਦਿੱਤਾ ਹੈ। ਹੁਣ ਅਸੀਂ ਇਹਨਾਂ ਦੇ ਕੰਮ ਦੇਖਾਂਗੇ। ਸਭ ਤੋਂ ਪਹਿਲੇ ਜਿਹੜੀ ਮੈਂ ਤੁਹਾਨੂੰ ਮਾਰਕੀਟਿੰਗ ਮੈਨੇਜਮੈਂਟ ਦੱਸੀ ਹੈ, ਮਾਰਕੀਟਿੰਗ ਮੈਨੇਜਮੈਂਟ ਦੇ ਕੰਮ ਕੀ ਹੋਣਗੇ ਕਿ ਪ੍ਰੋਡਕਟ ਦੀ ਉਚਿਤ ਤਿਆਰੀ ਲਈ ਪ੍ਰੋਡਕਟ ਦੀ ਮੰਗ ਦਾ ਪਤਾ ਲਗਾਉਣਾ, ਕਿ ਉਸ ਪ੍ਰੋਡਕਟ ਦੀ ਕਿੰਨੀ ਕੁ ਮੰਗ ਆ ਮਾਰਕੀਟ ਦੇ ਵਿੱਚ, ਇਸ ਬਾਰੇ ਪਤਾ ਲਗਾਉਣਾ। ਪ੍ਰੋਡਕਟ ਦੀ ਇਸ਼ਤਿਹਾਰਬਾਜ਼ੀ ਕਰਨੀ। ਇਸ਼ਤਿਹਾਰਬਾਜ਼ੀ ਭਾਵ ਕਿ ਜਿਵੇਂ ਅਸੀਂ TV ਵਿੱਚ ਐਡ ਦੇਖਦੇ ਹਾਂ, ਉਹ ਸਾਰਾ ਕੰਮ ਕਿਹਦਾ ਆ, ਉਹ ਹੈ ਮਾਰਕੀਟਿੰਗ ਮੈਨੇਜਮੈਂਟ ਦਾ। ਪ੍ਰੋਡਕਟ ਦੀ ਵੇਚ ਲਈ ਮਾਰਕੀਟਿੰਗ ਕਰਨੀ, ਪ੍ਰੋਡਕਟ ਨੂੰ ਵੇਚਣ ਵਾਸਤੇ ਉਹਦੀ ਮਾਰਕੀਟਿੰਗ ਕਰਨੀ। ਫਿਰ ਮੁਕਾਬਲੇ ਦੇ ਵਿੱਚ ਮੌਜੂਦਾ ਪ੍ਰੋਡਕਟਾਂ ਦੇ ਗੁਣਾਂ ਅਤੇ ਅਗੁਣਾਂ ਦਾ ਡਾਟਾ ਤਿਆਰ ਕਰਨਾ, ਭਾਵ ਕਿ ਉੱਦਾਂ ਦੇ ਹੋਰ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਮੁਕਾਬਲੇ ਦੇ ਵਿੱਚ ਸਾਡੀ ਕੰਪਨੀ ਦਾ ਪ੍ਰੋਡਕਟ ਦੇ ਵਿੱਚ ਕਿਹੋ ਜਿਹੇ ਗੁਣਵਾਨ ਅਤੇ ਅਗਰ ਔਗੁਣ ਕੋਈ ਹੈਗੇ ਆ ਤਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਯਤਨ ਕਰਨੇ। ਮਾਰਕੀਟ ਦੀ ਆਰਥਿਕ ਸਥਿਤੀ ਦੇ ਬਾਰੇ ਸਹੀ ਅੰਕੜੇ ਪ੍ਰਾਪਤ ਕਰਨੇ। ਆਰਥਿਕ ਸਥਿਤੀ ਭਾਵ ਕਿ ਉਹਨਾਂ ਲੋਕਾਂ ਦੀ ਆਰਥਿਕ ਸਥਿਤੀ, ਉਹਨਾਂ ਲੋਕਾਂ ਦੇ ਪੈਸੇ ਦੇ ਵੱਲੋਂ ਹਾਲਾਤਾਂ ਦਾ ਪਤਾ ਕਰਨਾ ਜਿਹੜੇ ਕਿ ਉਸ ਸੀਮੈਂਟ ਨੂੰ ਜਾਂ ਫਿਰ ਉਸ ਪ੍ਰੋਡਕਟ ਨੂੰ ਖਰੀਦ ਰਹੇ ਆ। ਪਤਾ ਕਰਨਾ ਕਿ ਉਹਨਾਂ ਲੋਕਾਂ ਦਾ ਲੈਵਲ ਹੈ ਉਸ ਪ੍ਰੋਡਕਟ ਨੂੰ ਖਰੀਦਣ ਦਾ, ਉਹ ਖਰੀਦ ਸਕਦੇ ਆ ਉਸ ਪ੍ਰੋਡਕਟ ਨੂੰ। ਮਾਰਕੀਟ ਦੇ ਆਕਾਰ ਜਾਂ ਖੇਤਰ ਨਿਰਧਾਰਿਤ ਕਰਨਾ, ਇਹ ਪਤਾ ਕਰਨਾ ਕਿ ਸਾਰੀ ਹੀ ਸੀਮੈਂਟ ਦੀ ਜਿਹੜੀ ਮਾਰਕੀਟ ਆ ਉਹਦੇ ਵਿੱਚੋਂ ਸਾਡੀ ਕੰਪਨੀ ਨੇ ਕਿੰਨੀ ਕੁ ਮਾਰਕੀਟ ਨੂੰ ਕੈਪਚਰ ਕੀਤਾ ਹੋਇਆ ਆ, ਭਾਵ ਕਿੰਨੇ ਕੁ ਲੋਕ ਸਾਡੇ ਪ੍ਰੋਡਕਟ ਨੂੰ ਪਸੰਦ ਕਰਦੇ ਆ। ਇਹ ਕੰਮ ਹੋ ਗਏ ਮਾਰਕੀਟਿੰਗ ਮੈਨੇਜਮੈਂਟ ਦੇ। ਨੰਬਰ 2 'ਤੇ ਹੈ ਮਨੁੱਖੀ ਸੰਸਾਧਨ ਪ੍ਰਬੰਧ। ਮਨੁੱਖੀ ਸੰਸਾਧਨ ਪ੍ਰਬੰਧ ਦੇ ਕੰਮ ਕੀ, ਕੰਪਨੀ ਦੇ ਵਿੱਚ ਜਿੰਨੇ ਵੀ ਲੋੜੀਂਦੇ ਮਨੁੱਖੀ ਸੰਸਾਧਨ ਆ, ਭਾਵ ਕਰਮਚਾਰੀਆਂ ਦੀ ਜਾਣਕਾਰੀ ਪ੍ਰਾਪਤ ਕਰਨਾ ਕਿ ਕਿੰਨੇ ਕਰਮਚਾਰੀ ਲੋੜੀਂਦੇ ਆ। ਉਹਨਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਨਿਯੁਕਤੀ ਵਾਸਤੇ ਕਦਮ ਉਠਾਉਣੇ, ਉਹਨਾਂ ਦੀ ਨਿਯੁਕਤੀ ਕਰਨੀ, ਉਹਨਾਂ ਨੂੰ ਭੱਤੇ ਦੇਣੇ, ਉਹਨਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਕਰਮਚਾਰੀਆਂ ਨੂੰ ਸੰਤੁਸ਼ਟ ਰੱਖਣ ਵਾਸਤੇ ਰਿਵਾਰਡ ਦੇਣੇ। ਨੰਬਰ 3 'ਤੇ ਹੈ ਜੋਖਿਮ ਪ੍ਰਬੰਧ। ਜੋਖਿਮ ਪ੍ਰਬੰਧ ਦਾ ਕੰਮ ਕੀ ਆ ਕਿ ਕੰਪਨੀ ਵਿੱਚ ਪੈ ਜਾਣ ਵਾਲੇ ਵੱਡੇ ਘਾਟੇ ਨੂੰ ਕੰਟਰੋਲ ਕਰਨਾ। ਅਗਰ ਕੰਪਨੀ 'ਚ ਇਨ ਫਿਊਚਰ ਕੋਈ ਘਾਟਾ ਪੈ ਜਾਂਦਾ ਤਾਂ ਉਹਨੂੰ ਕੰਟਰੋਲ ਕਰਨਾ। ਪੈਦਾ ਹੋਣ ਵਾਲੇ ਰਿਸਕਾਂ ਦੀ ਪਹਿਲਾਂ ਹੀ ਪਹਿਚਾਣ ਕਰਕੇ ਰੱਖਣੀ ਕਿ ਕੰਪਨੀ ਨੂੰ ਕਿਹੜੇ ਰਿਸਕ ਜਿਹੜੇ ਉਹ ਹੋ ਸਕਦੇ, ਜੋਖਿਮ ਕਿਹੜੇ ਫਿਊਚਰ ਦੇ ਵਿੱਚ ਆ ਸਕਦੇ ਆ। ਫਿਰ ਰਿਸਕ ਦੇ ਹਾਨੀਕਾਰਕ ਪ੍ਰਭਾਵਾਂ ਦਾ ਮੁਲਾਂਕਣ ਕਰਨਾ। ਹੁਣ ਉਹ ਰਿਸਕ ਅਗਰ ਕੰਪਨੀ ਦੇ ਵਿੱਚ ਆ ਜਾਂਦਾ ਹੈ ਤਾਂ ਉਹਦੇ ਤੋਂ ਕੰਪਨੀ 'ਤੇ ਕੀ ਪ੍ਰਭਾਵ ਪਵੇਗਾ, ਅਤੇ ਫਿਰ ਨਿਵੇਸ਼ ਸੰਬੰਧੀ ਨਿਰਣਾ ਲੈਣ ਦੇ ਵਿੱਚ ਸਹਾਇਤਾ ਕਰਨੀ। ਅਗਰ ਰਿਸਕ ਆ ਗਿਆ ਕੰਪਨੀ ਦੇ ਵਿੱਚ ਅਤੇ ਫਿਰ ਕੰਪਨੀ ਹੁਣ ਕਿਹੜੇ ਸਟੈਪ ਲਵੇ, ਕਿੱਥੇ ਨਿਵੇਸ਼ ਕਰੇ ਕਿ ਕੰਪਨੀ ਦਾ ਜਿਹੜਾ ਘਾਟਾ ਸੀ ਉਹ ਪੂਰਾ ਹੋ ਸਕੇ। ਨੰਬਰ 4 'ਤੇ ਹੈ ਸੂਚਨਾ ਤਕਨੋਲੋਜੀ ਪ੍ਰਬੰਧ। ਸੂਚਨਾ ਤਕਨੋਲੋਜੀ ਪ੍ਰਬੰਧ ਦੇ ਕੰਮ ਕੀ ਹੋਏ ਕਿ ਕੰਪਨੀ ਦੇ ਵਿੱਚ ਜਿਹੜਾ ਮੌਜੂਦ ਡਾਟਾ ਆ ਉਹਦੀ ਉਚਿਤ ਦੇਖਭਾਲ ਕਰਨੀ। ਡਾਟਾ ਮਤਲਬ ਕੰਪਨੀ ਦੀਆਂ ਜੋ ਵੀ ਫਾਈਲਾਂ, ਕੰਪਨੀ ਦੀਆਂ ਜੋ ਵੀ ਪ੍ਰੋਫਿਟ ਐਂਡ ਲੋਸ ਅਕਾਊਂਟ ਸ਼ੀਟਸ, ਕੰਪਨੀ ਦਾ ਜੋ ਵੀ ਗੁਪਤ ਡਾਟਾ ਆ ਉਸ ਸਾਰੇ ਨੂੰ ਸੰਭਾਲ ਕੇ ਰੱਖਣਾ। ਕੰਪਨੀ ਦੇ ਸਾਰੇ ਵਿਭਾਗਾਂ ਨੂੰ ਇੰਟਰਨੈਟ ਰਾਹੀਂ ਜੋੜਨਾ। ਕੰਪਨੀ ਦੇ ਵਿੱਚ ਤਕਨੀਕੀ ਸੋਮਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ। ਤਕਨੀਕੀ ਟ੍ਰੇਨਿੰਗ ਦਾ ਪ੍ਰਬੰਧ ਕਰਨਾ, ਕਰਮਚਾਰੀਆਂ ਨੂੰ ਤਕਨੀਕੀ ਟ੍ਰੇਨਿੰਗ ਦੇਣੀ। ਉਸ ਤੋਂ ਬਾਅਦ ਹੈਗਾ ਵਿੱਤੀ ਪ੍ਰਬੰਧ। ਵਿੱਤੀ ਪ੍ਰਬੰਧ ਮੈਨੇਜਮੈਂਟ ਦੀ ਉਹ ਸ਼ਾਖਾ ਜਿਹੜੀ ਕਿ ਕੰਪਨੀ ਦੇ ਵਿੱਚ ਕਿੰਨੇ ਲੋੜੀਂਦੇ ਪੈਸਾ ਆ, ਕਿੱਥੇ ਉਹਨੂੰ ਨਿਵੇਸ਼ ਕਰਨਾ ਆ, ਪੈਸੇ ਦੀ ਕਿੰਨੀ ਕੁ ਲੋੜ ਆ, ਇਹਨਾਂ ਸਾਰਿਆਂ ਪ੍ਰਬੰਧਾਂ ਨੂੰ, ਪੈਸੇ ਨਾਲ ਰਿਲੇਟਡ ਕੰਮਾਂ ਨੂੰ ਦੇਖੇ। ਉਸ ਪ੍ਰਬੰਧ ਦੀ ਸ਼ਾਖਾ ਨੂੰ ਅਸੀਂ ਵਿੱਤੀ ਪ੍ਰਬੰਧ ਆਖਦੇ ਹਾਂ। ਇਹਦੇ ਵਿੱਚ ਟੌਪਿਕ ਥੋੜ੍ਹਾ ਲੰਬਾ ਹੋ ਗਿਆ, ਪਰ ਤੁਸੀਂ ਧਿਆਨ ਨਾਲ ਸੁਣਨਾ। ਅਗਰ ਕੁਛ ਵੀ ਸਮਝ ਨਹੀਂ ਆਉਂਦਾ ਤਾਂ ਤੁਸੀਂ ਮੈਨੂੰ ਪੁੱਛ ਲੈਣਾ। ਔਰ ਮੂਵੀ ਆਉਣ ਲਈ